Hello, my dear students. Welcome you all in my new video session. This is your teacher Virpal Kaur Mathadu. In this video session, I am covering your 10th class objective type questions from your main course book. If you want more videos on your syllabus, do subscribe my channel and press the bell icon to get the notifications of my new videos. Let's start today's topic, that is objective type questions. So the first lesson from your main course book is The Happy Prince. So let's see the first question. The drops were coming from the dash of the Happy Prince. ਬੂੰਦਾਂ ਹੈਪੀ ਪ੍ਰਿੰਸ ਦੀਆਂ ਡੈਸ਼ ਵਿੱਚੋਂ ਆ ਰਹੀਆਂ ਸਨ. ਸੋ ਆਨਸਰ ਵਿਲ ਬੀ ਆਈਜ਼, ਕਿਉਂਕਿ ਬੂੰਦਾਂ ਹੈਪੀ ਪ੍ਰਿੰਸ ਦੀਆਂ ਅੱਖਾਂ ਵਿੱਚੋਂ ਆ ਰਹੀਆਂ ਸਨ. So second question is, the son of the seamstress was crying because he wanted to go to Egypt. ਪਹਿਲਾਂ ਅਸੀਂ ਕੁਐਸਚਨ ਨੂੰ ਸਮਝਾਂਗੇ. ਸੀਮਸਟ੍ਰੈਸ ਹੁੰਦੀ ਹੈ ਦਰਜਨ, ਜੋ ਸੂਟਾਂ ਦੀ ਸਿਲਾਈ ਕਰਦੀ ਹੈ. ਦਰਜਨ ਦਾ ਪੁੱਤਰ ਰੋ ਰਿਹਾ ਸੀ ਕਿਉਂਕਿ ਉਹ ਮਿਸਰ ਜਾਣਾ ਚਾਹੁੰਦਾ ਸੀ. ਸੋ ਆਨਸਰ ਵਿਲ ਬੀ ਫਾਲਸ. ਸਾਨੂੰ ਪਤਾ ਹੈ ਕਿਉਂਕਿ ਦਰਜਨ ਦਾ ਜੋ ਬੇਟਾ ਸੀ ਉਹ ਰੋ ਰਿਹਾ ਸੀ ਕਿਉਂਕਿ ਉਸਨੂੰ ਬਹੁਤ ਤੇਜ਼ ਬੁਖਾਰ ਸੀ ਅਤੇ ਉਹ ਸੰਤਰੇ ਖਾਣ ਦੀ ਮੰਗ ਕਰ ਰਿਹਾ ਸੀ. ਸੋ ਆਨਸਰ ਵਿਲ ਬੀ ਫਾਲਸ. Third question, the poor seamstress was given the dash by the swallow. Swallow ने poor seamstress ਨੂੰ ਕੀ ਦਿੱਤਾ? So answer will be ruby. So you have to be very careful while answering these questions because 4 options will be given: gold, sapphire, ruby and oranges. So correct answer is ruby. Swallow ने गरीब दर्जन ਦੀ ਮਦਦ ਇੱਕ ਰੂਬੀ ਦੇ ਕੇ ਕੀਤੀ. So next question is, who ordered to pull down the statue of the Happy Prince? Happy Prince ਦੇ ਬੁੱਤ ਨੂੰ ਗਿਰਾਉਣ ਦਾ ਹੁਕਮ ਕਿਸ ਨੇ ਦਿੱਤਾ? So answer is mayor. So 4 options are given: mayor, swallow, seamstress and playwright. So the right answer is mayor. ਸ਼ਹਿਰ ਦੇ ਮੇਅਰ ਨੇ Happy Prince ਦੇ ਬੁੱਤ ਨੂੰ ਗਿਰਾਉਣ ਦਾ ਹੁਕਮ ਦਿੱਤਾ. Next question, the statue of the Happy Prince was decorated with diamonds. ਹੈਪੀ ਪ੍ਰਿੰਸ ਦਾ ਬੁੱਤ ਡਾਇਮੰਡ ਦੇ ਨਾਲ ਸਜਿਆ ਹੋਇਆ ਸੀ. ਇਹ ਸਟੇਟਮੈਂਟ ਟਰੂ ਹੈ ਜਾਂ ਫਾਲਸ? ਸੋ ਸਟੇਟਮੈਂਟ ਇਜ਼ ਫਾਲਸ, ਕਿਉਂਕਿ ਹੈਪੀ ਪ੍ਰਿੰਸ ਦਾ ਬੁੱਤ ਸੀਗਾ ਉਹ ਡੈਕੋਰੇਟ ਸੀ ਵਿਦ ਥਿਨ ਲੀਵਸ ਆਫ ਫਾਈਨ ਗੋਲਡ. ਓਕੇ, ਸੋਨੇ ਦੇ ਪੱਤਰਿਆਂ ਦੇ ਨਾਲ ਸਜਿਆ ਹੋਇਆ ਸੀਗਾ. ਸੋ ਨੈਕਸਟ ਕੁਐਸਚਨ, ਹੂ ਵਾਜ਼ ਸੈਂਟ ਟੂ ਬ੍ਰਿੰਗ ਦ 2 ਮੋਸਟ ਪ੍ਰੀਸ਼ੀਅਸ ਥਿੰਗਸ ਫਰੋਮ ਦ ਸਿਟੀ? ਸ਼ਹਿਰ ਦੇ ਵਿੱਚੋਂ 2 ਬਹੁਤ ਹੀ ਕੀਮਤੀ ਚੀਜ਼ਾਂ ਲੈ ਕੇ ਆਉਣ ਲਈ ਕਿਸ ਨੂੰ ਭੇਜਿਆ ਗਿਆ? ਯਾਨੀ ਭਗਵਾਨ ਨੇ ਕਿਸ ਨੂੰ ਭੇਜਿਆ? ਤਾਂ ਆਨਸਰ ਇਜ਼ ਐਂਜਲ. ਉਸ ਨੇ ਭਗਵਾਨ ਨੇ ਆਪਣੇ ਦੂਤ ਨੂੰ ਭੇਜਿਆ. ਸ਼ਹਿਰ ਦੇ ਵਿੱਚੋਂ 2 ਬਹੁਤ ਹੀ ਕੀਮਤੀ ਚੀਜ਼ਾਂ ਸੀਗੀਆਂ ਲੈ ਕੇ ਆਉਣ ਦੇ ਲਈ. ਉਹ 2 ਬੇਸ ਕੀਮਤੀ ਚੀਜ਼ਾਂ ਕਿਹੜੀਆਂ ਸੀ? ਦ ਲੈਡਨ ਹਾਰਟ ਐਂਡ ਦ ਡੈਡ ਬਰਡ. ਸੋ ਨੈਕਸਟ ਕੁਐਸਚਨ, ਦ ਮੈਨ ਇਨ ਦ ਗੈਰੇਟ ਵਾਜ਼ ਰਾਈਟਿੰਗ ਅ ਡੈਸ਼. ਅਟਾਰੀ ਵਿੱਚ ਬੈਠਾ ਹੋਇਆ ਆਦਮੀ ਕੀ ਲਿਖ ਰਿਹਾ ਸੀ? ਅਟਾਰੀ ਵਿੱਚ ਬੈਠਾ ਹੋਇਆ ਆਦਮੀ ਇੱਕ ਨਾਟਕ ਲਿਖ ਰਿਹਾ ਸੀ. ਸੋ ਨਾਟਕ means play. So answer is play. Now move to this lesson number 2. Where is science taking us? First question is, modern drugs have decreased the average span of life of human beings. ਆਧੁਨਿਕ ਦਵਾਈਆਂ ਨੇ ਮਨੁੱਖੀ ਜ਼ਿੰਦਗੀ ਦੀ ਔਸਤ ਅਵਧੀ ਨੂੰ ਘੱਟ ਕੀਤਾ ਹੈ. ਐਵਰੇਜ ਸਪੈਨ ਆਫ ਲਾਈਫ ਮੀਨਸ ਇਨਸਾਨਾਂ ਦੀ ਜ਼ਿੰਦਗੀ ਦਾ ਜੋ ਕਾਰਜਕਾਲ ਹੈ ਉਸ ਨੂੰ ਘਟਾ ਦਿੱਤਾ ਹੈ. ਤਾਂ ਆਪਾਂ ਲੈਸਨ ਦੇ ਵਿੱਚ ਪੜ੍ਹਿਆ ਸੀਗਾ ਕਿ ਆਧੁਨਿਕ ਦਵਾਈਆਂ ਦੀ ਖੋਜ ਹੋਣ ਦੇ ਨਾਲ ਮਨੁੱਖੀ ਜ਼ਿੰਦਗੀ ਦਾ ਜੋ ਕਾਰਜਕਾਲ ਹੈ ਉਸ ਦੇ ਵਿੱਚ ਵਾਧਾ ਹੋਇਆ ਹੈ. ਸੋ ਇੱਥੇ ਸਾਡੇ ਕੋਲੇ ਵਰਡ ਡਿਕਰੀਜ਼ਡ ਯੂਜ਼ ਕੀਤਾ ਹੋਇਆ ਹੈ. ਸੋ ਸਟੇਟਮੈਂਟ ਵਿਲ ਬੀ ਫਾਲਸ. ਸੋ ਨੈਕਸਟ ਕੁਐਸਚਨ, ਮਸ਼ੀਨਸ ਗਿਵ ਅਸ ਮੋਰ ਐਂਡ ਮੋਰ ਆਵਰਸ ਆਫ ਡੈਸ਼. ਮਸ਼ੀਨਾਂ ਨੇ ਸਾਨੂੰ ਜ਼ਿਆਦਾ ਤੋਂ ਜ਼ਿਆਦਾ ਜਿਹੜੇ ਘੰਟੇ ਹੈ ਉਹ ਕਿਸ ਚੀਜ਼ ਦੇ ਪ੍ਰਦਾਨ ਕੀਤੇ ਹਨ? ਹਾਰਡਵਰਕ ਦੇ, ਲੈਸ਼ਰ ਦੇ, ਲਾਈਫ ਔਰ ਹੈਲਥ. ਸੋ ਕਰੈਕਟ ਆਨਸਰ ਇਜ਼ ਲੈਸ਼ਰ. ਲੈਸ਼ਰ ਕਹਿੰਦੇ ਆ ਵੇਲ ਨੂੰ, ਆਰਾਮ ਨੂੰ. ਮਸ਼ੀਨਾਂ ਦੇ ਆਉਣ ਦੇ ਨਾਲ ਇਨਸਾਨੀ ਜ਼ਿੰਦਗੀ ਦੇ ਵਿੱਚ ਆਰਾਮ ਦੇ ਵਿੱਚ ਵਾਧਾ ਹੋਇਆ ਹੈ. ਸੋ ਵੀ ਵਿਲ ਚੂਜ਼ ਦਾ ਆਪਸ਼ਨ ਨੰਬਰ 2. ਸੋ ਥਰਡ ਕੁਐਸਚਨ, ਨੇਮ 2 ਨਾਨ ਮਟੀਰੀਅਲਿਸਟਿਕ ਥਿੰਗਸ ਮੈਂਸ਼ਨਡ ਇਨ ਦ ਲੈਸਨ. ਪਾਠ ਦੇ ਵਿੱਚ 2 ਐਸੀਆਂ ਨਾਨ ਮਟੀਰੀਅਲਿਸਟਿਕ ਥਿੰਗਸ ਕਿਹੜੀਆਂ ਨੇ ਜਿਨ੍ਹਾਂ ਦਾ ਵਰਣਨ ਲੇਖਕ ਨੇ ਕੀਤਾ ਹੈ? ਨਾਨ ਮਟੀਰੀਅਲਿਸਟਿਕ ਥਿੰਗਸ ਕਹਿੰਦੇ ਨੇ ਜਿਨ੍ਹਾਂ ਨੂੰ ਅਭੌਤਿਕ ਚੀਜ਼ਾਂ, ਜਿਹੜੀਆਂ ਮਟੀਰੀਅਲ ਦੇ ਨਾਲ ਨਾ ਡੀਲ ਕਰਦੀਆਂ ਹੋਣ. ਤਾਂ ਉਹ 2 ਚੀਜ਼ਾਂ ਕਿਹੜੀਆਂ ਨੇ? ਚੈਰਿਟੀ ਅਤੇ ਟੋਲਰੈਂਸ. ਕਿਉਂਕਿ ਇਹ ਦੋਨੋਂ ਚੀਜ਼ਾਂ ਨੇ ਜਿਹੜੀਆਂ ਚੈਰਿਟੀ ਕਹਿੰਦੇ ਆ ਦਾਨਸ਼ੀਲਤਾ,
ਟੋਲਰੈਂਸ ਕਹਿੰਦੇ ਆ ਸਹਿਣਸ਼ੀਲਤਾ, ਕਿਉਂਕਿ ਇਹਨਾਂ ਦੋਨਾਂ ਚੀਜ਼ਾਂ ਦਾ ਸਾਇੰਸ ਦੇ ਨਾਲ ਜਾਂ ਫਿਰ ਪਦਾਰਥ ਦੇ ਨਾਲ ਕੋਈ ਸੰਬੰਧ ਨਹੀਂ ਹੈਗਾ, ਕਿਉਂਕਿ ਇਹ ਸਾਡੀਆਂ ਕੀ ਨੇਗੀਆਂ, ਇੱਕ ਨੈਤਿਕ ਗੁਣ ਨੇ ਸਾਡੇ ਅੰਦਰ। ਠੀਕ ਹੈ, ਸੋ ਇਹੀ ਦੋ ਚੀਜ਼ਾਂ ਨੇ ਜਿਨ੍ਹਾਂ ਦਾ, ਹੋਰ ਵੀ ਦੋ ਚੀਜ਼ਾਂ ਨੇ ਜਿੱਦਾਂ ਚੈਰਿਟੀ, ਟੋਲਰੈਂਸ, ਜਸਟਿਸ ਐਂਡ ਵਨ ਮੋਰ ਇਜ਼ ਦੇਅਰ, that is kindness, okay, mercy. These things are mentioned in the chapter, so we can mention any two here. So next question, according to the writer, science is doing less than nothing for material things. ਲੇਖਕ ਦੇ ਅਨੁਸਾਰ ਸਾਇੰਸ ਮਟੀਰੀਅਲ, ਇੱਥੇ ਨਾਨ ਮਟੀਰੀਅਲਿਸਟਿਕ ਥਿੰਗਸ ਆਏਗਾ ਬੱਚੇ, ਕਿ ਅਭੌਤਿਕ ਚੀਜ਼ਾਂ ਦੇ ਸੰਬੰਧ ਦੇ ਵਿੱਚ ਕੁਝ ਨਹੀਂ ਤੋਂ ਵੀ ਘੱਟ ਕਰ ਰਿਹਾ ਹੈ। ਸੋ ਇਹ ਆਨਸਰ ਟਰੂ ਹੈ। ਅਸੀਂ ਇਸ ਸਟੇਟਮੈਂਟ ਨੂੰ ਦੁਬਾਰਾ ਸਮਝਾਂਗੇ, ਕਿਉਂਕਿ ਲੈਸਨ ਦੇ ਵਿੱਚ ਜਿਹੜਾ ਹੈਗਾ ਲੇਖਕ ਹੈਗਾ ਉਹ ਸਾਨੂੰ ਦੱਸ ਰਿਹਾ ਹੈਗਾ ਕਿ ਜਿਹੜੀ ਸਾਇੰਸ ਆ ਉਹ ਸਿਰਫ ਇਕੱਲੀ ਮਟੀਰੀਅਲ ਚੀਜ਼ਾਂ ਦੇ ਨਾਲ ਹੀ ਡੀਲ ਕਰਦੀ ਆ, ਪਰ ਸਾਇੰਸ ਦਾ ਨਾਨ ਮਟੀਰੀਅਲਿਸਟਿਕ ਥਿੰਗ ਜਿਹੜੀਆਂ ਚੀਜ਼ਾਂ ਨੇ, ਜਿੱਦਾਂ ਚੈਰਿਟੀ, ਮਰਸੀ, ਟੋਲਰੈਂਸ, ਇਹਨਾਂ ਚੀਜ਼ਾਂ ਦੇ ਨਾਲ ਸਾਇੰਸ ਦਾ ਕੋਈ ਸੰਬੰਧ ਨਹੀਂ। ਸਾਇੰਸ ਇਸ ਵਿਸ਼ੇ ਦੇ ਵਿੱਚ ਕੁਝ ਵੀ ਨਹੀਂ ਕਰ ਰਿਹਾ। ਸੋ ਦ ਸਟੇਟਮੈਂਟ ਇਜ਼ ਸਾਇੰਸ ਇਜ਼ ਡੂਇੰਗ ਲੈਸ ਦੈਨ ਨਥਿੰਗ ਫਾਰ ਮਟੀਰੀਅਲਿਸਟਿਕ ਥਿੰਗਸ। ਸੋ ਆਨਸਰ ਵਿਲ ਬੀ ਟਰੂ, ਕਿ ਹਾਂ ਸਾਇੰਸ ਨਾਨ ਮਟੀਰੀਅਲਿਸਟਿਕ ਥਿੰਗਸ ਦੇ ਜਿਹੜੇ ਸੰਬੰਧ ਦੇ ਵਿੱਚ ਕੁਝ ਵੀ ਨਹੀਂ ਕਰ ਰਿਹਾ। ਸੋ ਨੈਕਸਟ ਕੁਐਸਚਨ ਇਜ਼ ਵਿਚ ਏਜ ਗਰੁੱਪ ਇਜ਼ ਓਵਰ ਕਰਾਊਡਡ ਟੂਡੇ। ਤਾਂ ਉਹ ਕਿਹੜਾ ਉਮਰ ਵਰਗ ਹੈ ਜਿਸ ਦੀ ਗਿਣਤੀ ਜ਼ਰੂਰਤ ਤੋਂ ਜ਼ਿਆਦਾ ਹੈ। ਸੋ ਦੈਟ ਇਜ਼ ਅਪਰ ਏਜ ਗਰੁੱਪ, ਕਿਉਂਕਿ ਅਸੀਂ ਆਲਰੇਡੀ ਪੜ੍ਹ ਚੁੱਕੇ ਹਾਂ ਕਿ ਆਧੁਨਿਕ ਦਵਾਈਆਂ ਦੇ ਆਉਣ ਦੇ ਨਾਲ ਮਨੁੱਖ ਦੀ ਜਿਹੜੀ ਐਵਰੇਜ ਉਮਰ ਹੈਗੀ ਹੈ ਉਸ ਦੇ ਵਿੱਚ ਵਾਧਾ ਹੋਇਆ ਹੈ, ਜਿਸ ਦੇ ਕਰਕੇ ਜਿਹੜੀ ਉੱਪਰਲੀ ਉਮਰ ਦੇ ਜਿਹੜੇ ਉੱਪਰਲੀ ਏਜ ਵਾਲੇ ਉਹ ਏਜ ਗਰੁੱਪ ਹੈਗਾ ਜਿਹੜਾ ਉਸ ਦੀ ਗਿਣਤੀ ਦੇ ਵਿੱਚ ਵਾਧਾ ਹੋਇਆ ਹੈ। ਸਾਇੰਸ ਹੈਜ਼ ਹੈਲਪਡ ਮੈਨ ਟੂ ਲਿਵ। ਸੋ ਸਾਇੰਸ ਨੇ ਇਨਸਾਨ ਦੀ ਕਿੱਦਾਂ ਰਹਿਣ ਦੇ ਵਿੱਚ ਮਦਦ ਕੀਤੀ ਹੈ। ਸੋ ਆਨਸਰ ਵਿਲ ਬੀ ਲੌਂਗਰ। ਸਾਇੰਸ ਨੇ ਇਨਸਾਨ ਨੂੰ ਲੰਬਾ ਸਮਾਂ ਜੀਣ ਦੇ ਲਈ ਵਿੱਚ ਹੈਲਪ ਕੀਤੀ ਹੈ। ਸੋ ਮੂਵ ਟੂ ਦ ਨੈਕਸਟ ਲੈਸਨ, that is secret of happiness. So let's see the first question. Which illustration was used by the professor of psychology? ਮਨੋਵਿਗਿਆਨ ਦੇ ਪ੍ਰੋਫੈਸਰ ਦੇ ਦੁਆਰਾ ਕਿਸ ਉਦਾਹਰਨ ਦੀ ਵਰਤੋਂ ਕੀਤੀ ਗਈ ਹੈ। ਅਸੀਂ ਲੈਸਨ ਦੇ ਸਟਾਰਟਿੰਗ ਦੇ ਵਿੱਚ ਪੜ੍ਹਿਆ ਸੀਗਾ ਕਿ ਮਨੋਵਿਗਿਆਨ ਦੇ ਜਿਹੜੇ ਪ੍ਰੋਫੈਸਰ ਸੀਗੇ ਉਹ ਕਿੱਦਾਂ ਸ਼ਕਤੀਆਂ ਨੂੰ ਕੰਟਰੋਲ ਕਰਕੇ ਉਹਨਾਂ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ, ਉਸ ਨੂੰ ਬੱਚਿਆਂ ਨੂੰ ਸਮਝਾਉਣਾ ਚਾਹੁੰਦੇ ਸੀਗੇ। ਇਸ ਕਰਕੇ ਉਹਨਾਂ ਨੇ ਇੱਕ ਉਦਾਹਰਨ ਦਾ ਜਿਹੜਾ ਹੈਗਾ ਬੱਚਿਆਂ ਦੇ ਸਾਹਮਣੇ ਇੱਕ ਪ੍ਰਯੋਗ ਸੀਗਾ ਜਿਹੜਾ ਉਹ ਕਰਕੇ ਦਿਖਾਇਆ ਸੀਗਾ। ਤਾਂ ਉਹ ਕੀ ਸੀਗਾ, ਉਹਨਾਂ ਨੇ ਇੱਕ ਬਰਨਿੰਗ ਗਲਾਸ ਲਿਆ, ਮਤਲਬ ਕਿ ਇੱਕ ਜਿਹੜਾ ਹੈਗਾ ਜਲਾਉਣ ਵਾਲਾ ਸ਼ੀਸ਼ਾ ਸੀਗਾ ਉਹ ਲਿਆ, ਅਤੇ ਉਹਨਾਂ ਨੇ ਉਸ ਨੂੰ ਧੁੱਪ ਵਿੱਚ ਕਰਕੇ ਸੂਰਜ ਦੇ ਸਾਹਮਣੇ ਕਰਕੇ ਅਤੇ ਇੱਕ ਕਾਗਜ਼ ਦੇ ਟੁਕੜਾ ਲੈ ਕੇ ਉਸ ਨੂੰ ਦਿਖਾਇਆ ਕਿ ਕਿੱਦਾਂ ਜਿਹੜਾ ਇਹ ਜਲਣ ਵਾਲਾ ਸ਼ੀਸ਼ੇ ਦੇ ਜਦੋਂ ਕਿਰਨਾਂ ਪੈਂਦੀਆਂ ਨੇਗੀਆਂ ਤਾਂ ਉਹ ਸਾਰੀਆਂ ਕਿਰਨਾਂ ਫੋਕਸ ਹੋ ਕੇ ਕਿੱਦਾਂ ਇੱਕ ਕਾਗਜ਼ ਦੇ ਟੁਕੜੇ ਨੂੰ ਜਲਾ ਸਕਦੀਆਂ ਨੇ। ਸੋ ਉਹਨਾਂ ਨੇ ਇਹ ਐਗਜ਼ਾਮਪਲ ਲਈ ਸੀ ਬਰਨਿੰਗ ਗਲਾਸ ਦੀ। ਓਕੇ, ਸੋ ਮੂਵ ਟੂ ਦ ਨੈਕਸਟ ਕੁਐਸਚਨ, ਹੂ ਡਿਕਲੇਅਰ ਟੂ ਗਿਵ ਸਰਮਨ ਅਗੇਂਸਟ ਫੀਅਰ। ਤਾਂ ਅਸੀਂ ਜਦੋਂ ਇਹ ਵੀ ਅਸੀਂ ਪੜ੍ਹਿਆ ਸੀਗਾ ਦ ਇਸਕੇਪ ਫਰੋਮ ਫੀਅਰ ਦੇ ਵਿੱਚ ਕਿ ਡਰ ਦੇ ਖਿਲਾਫ ਪ੍ਰਵਚਨ ਦੇਣ ਦੀ ਗੱਲ ਕਿਸ ਨੇ ਕਹੀ ਸੀਗੀ, ਉਹ ਸੀਗੀ ਗਿਲਬਰਟ ਚੈਸਟਰਟਨ ਨੇ, ਕਿਉਂਕਿ ਉਹਨਾਂ ਨੇ ਕਿਹਾ ਸੀਗਾ ਕਿ ਜੇ ਮੇਰੇ ਕੋਲ ਕੋਈ ਇੱਕ ਪ੍ਰਵਚਨ ਦੇਣ ਲਈ ਕਿਹਾ ਜਾਵੇ ਮੈਨੂੰ, ਤਾਂ ਉਹ ਮੇਰਾ ਪ੍ਰਵਚਨ ਕੀ ਹੋਏਗਾ, ਉਹ ਮੇਰਾ ਪ੍ਰਵਚਨ ਹੋਏਗਾ ਡਰ ਦੇ ਖਿਲਾਫ। ਸੋ ਉਹਨਾਂ ਦਾ ਨਾਮ ਸੀਗਾ ਗਿਲਬਰਟ ਚੈਸਟਰਟਨ। ਓਕੇ, ਸੋ ਮੂਵ ਟੂ ਦ ਨੈਕਸਟ ਕੁਐਸਚਨ, ਡੈਸ਼ ਵੈਲਿਊਜ਼ ਆਰ ਨੀਡਡ ਇਨ ਦ ਵਰਲਡ ਟੂਡੇ। ਅੱਜ ਦੀ ਦੁਨੀਆ ਦੇ ਵਿੱਚ ਕਿਹੜੀਆਂ ਜਿਹੜੀਆਂ ਵੈਲਿਊਜ਼ ਨੇ, ਕਿਹੜੀਆਂ ਕਦਰਾਂ ਕੀਮਤਾਂ ਦੀ ਜ਼ਰੂਰਤ ਹੈ, ਤਾਂ ਉਹ ਹੈਗੀਆਂ ਮੋਰਲ ਵੈਲਿਊਜ਼, ਯਾਨੀ ਕਿ ਨੈਤਿਕ ਕਦਰਾਂ ਕੀਮਤਾਂ ਦੀ ਲੋੜ। ਕੁਐਸਚਨ ਨੰਬਰ 4, ਦ ਆਥਰ ਫਾਊਂਡ ਐਨ ਐਲੀਫੈਂਟ ਵੈਨ ਹੀ ਫਲੰਗ ਓਪਨ ਦ ਡੋਰ। ਫਲੰਗ ਓਪਨ ਮੀਨਸ ਝਟਕੇ ਦੇ ਨਾਲ ਖੋਲ੍ਹਣਾ। ਜਦੋਂ ਆਥਰ ਨੇ ਝਟਕੇ ਦੇ ਨਾਲ ਦਰਵਾਜ਼ਾ ਖੋਲ੍ਹਿਆ ਤਾਂ ਉਸਨੇ ਬਾਹਰ ਐਲੀਫੈਂਟ ਨੂੰ ਖੜੇ ਹੋਏ ਪਾਇਆ। ਸੋ ਸਟੇਟਮੈਂਟ ਵਿਲ ਬੀ ਫਾਲਸ, ਕਿਉਂਕਿ ਬਾਹਰ ਜਦੋਂ ਉਸਨੇ ਝਟਕੇ ਨੇ ਦਰਵਾਜ਼ਾ ਖੋਲ੍ਹਿਆ ਤਾਂ ਬਾਹਰ ਇੱਕ ਐਲੀਫੈਂਟ ਨਹੀਂ ਸੀ, ਬਲਕਿ ਇੱਕ ਛੋਟੀ ਗਿਲਹਰੀ ਨਜ਼ਰ ਆਈ। ਹੀ ਫਾਊਂਡ ਓਨਲੀ ਅ ਲਿਟਲ ਚਿਪਮੰਕ ਦੇਅਰ। ਨੈਕਸਟ ਕੁਐਸਚਨ, ਵੀ ਸ਼ੁੱਡ ਹੈਵ ਫੇਥ ਦੈਟ ਡੈਸ਼ ਇਜ਼ ਓਨਲੀ ਵਿਦ ਅਸ। ਕਹਿੰਦੇ ਸਾਨੂੰ ਹਮੇਸ਼ਾ ਇਹ ਵਿਸ਼ਵਾਸ ਹੋਣਾ ਚਾਹੀਦਾ ਹੈ ਕਿ ਡੈਸ਼ ਹਮੇਸ਼ਾ ਸਾਡੇ ਨਾਲ ਹੈ। ਸਾਡੇ ਅੰਦਰ ਇਹ ਵਿਸ਼ਵਾਸ ਹੋਣਾ ਚਾਹੀਦਾ ਕਿ ਡੈਸ਼ ਹਮੇਸ਼ਾ ਸਾਡੇ ਨਾਲ ਹੈ। ਤਾਂ ਆਨਸਰ ਵਿਲ ਬੀ ਗੋਡ, ਕਿ ਪਰਮਾਤਮਾ ਹਮੇਸ਼ਾ ਸਾਡੇ ਨਾਲ ਹੈ। ਨੈਕਸਟ ਕੁਐਸਚਨ, ਡੈਸ਼ ਇਨ ਗੋਡ ਗਿਵਸ ਅਸ ਰੀਅਲ ਪੀਸ ਆਫ ਮਾਈਂਡ। ਪਰਮਾਤਮਾ ਵਿੱਚ ਡੈਸ਼ ਰੱਖਣ ਦੇ ਨਾਲ ਅਸਲੀ
ਸ਼ਾਂਤੀ ਮਿਲਦੀ ਹੈ, ਮਨ ਨੂੰ ਅਸਲੀ ਸ਼ਾਂਤੀ ਮਿਲਦੀ ਹੈ ਪਰਮਾਤਮਾ ਵਿੱਚ ਵਿਸ਼ਵਾਸ ਰੱਖਣ ਦੇ ਨਾਲ। ਸੋ ਆਨਸਰ ਵਿਲ ਬੀ ਫੇਥ, ਆਪਸ਼ਨ ਨੰਬਰ 3। Let's move to the next chapter, lesson number 4, the gift for Christmas. The question 1, the signs of richness were everywhere in the house. ਘਰ ਦੇ ਵਿੱਚ ਅਮੀਰੀ ਦੇ ਨਿਸ਼ਾਨ ਹਰ ਜਗ੍ਹਾ ਸਨ। ਤੋ ਸਟੇਟਮੈਂਟ ਵਿਲ ਬੀ ਫਾਲਸ, ਬਿਕੋਜ਼ ਜਦੋਂ ਅਸੀਂ ਲੈਸਨ ਸਟਾਰਟ ਹੁੰਦਾ ਹੈ ਤਾਂ ਅਸੀਂ ਪੜ੍ਹਿਆ ਸੀਗਾ ਦ ਸਾਈਨਸ ਆਫ ਪੋਵਰਟੀ ਵਰ ਐਵਰੀਵੇਅਰ ਇਨ ਦਾ ਹਾਊਸ, ਕਿ ਘਰ ਦੇ ਵਿੱਚ ਗਰੀਬੀ ਦੇ ਹਰ ਜਗ੍ਹਾ ਚਿੰਨ੍ਹ ਸਨ। So statement will be false. What did Della buy for Jim as a Christmas gift? Della Jim ਦੇ ਲਈ ਕ੍ਰਿਸਮਸ ਗਿਫਟ ਦੇ ਲਈ ਕੀ ਖਰੀਦਦੀ ਹੈ? ਤਾਂ ਆਨਸਰ ਇਜ਼ ਵਾਚ ਚੇਨ, ਇੱਕ ਵਾਚ ਚੇਨ ਖਰੀਦਦੀ ਆ ਉਹ। ਸੋ ਕੁਐਸਚਨ ਨੰਬਰ 3, the proud possession of Jim was, ਜਿਮ ਦੀ ਬਹੁਤ ਹੀ ਕੀਮਤੀ ਚੀਜ਼ ਜਿਸ 'ਤੇ ਉਸਨੂੰ ਮਾਣ ਸੀ ਉਹ ਕੀ ਸੀ? ਉਹ ਸੀਗੀ ਗੋਲਡ ਵਾਚ। Next question, who did not have enough money to buy a Christmas present? ਕਿਸ ਦੇ ਕੋਲ ਕ੍ਰਿਸਮਸ ਦੇ ਲਈ ਤੋਹਫਾ ਖਰੀਦਣ ਦੇ ਲਈ ਕਾਫੀ ਪੈਸੇ ਨਹੀਂ ਸਨ? ਸੋ ਆਨਸਰ ਵਿਲ ਬੀ ਬੋਥ ਆਫ ਦੈਮ, ਕਿਉਂਕਿ ਨਾ ਤਾਂ ਡੈਲਾ ਕੋਲ ਇੰਨਾ ਪੈਸਾ ਸੀਗਾ ਕਿ ਉਹ ਜਿਮ ਦੇ ਲਈ ਕ੍ਰਿਸਮਸ ਦੇ ਲਈ ਤੋਹਫਾ ਖਰੀਦ ਸਕੇ, ਅਤੇ ਨਾ ਹੀ ਜਿਮ ਕੋਲ ਇੰਨੇ ਪੈਸੇ ਸੀ ਕਿ ਉਹ ਡੈਲਾ ਦੇ ਲਈ ਕ੍ਰਿਸਮਸ ਦੇ ਲਈ ਤੋਹਫਾ ਖਰੀਦ ਸਕੇ। ਇਸ ਕਰਕੇ ਦੋਨਾਂ ਨੂੰ ਆਪਣੇ ਜਿਹੜੇ ਪ੍ਰਾਊਡ ਪੋਜੈਸ਼ਨ ਸੀਗੇ, ਦੋਨਾਂ ਨੂੰ ਆਪਣੀਆਂ ਜਿਹੜੀਆਂ ਬੇਸਕੀਮਤੀ ਚੀਜ਼ਾਂ ਸੀਗੀਆਂ ਉਹਨਾਂ ਨੂੰ ਵੇਚਣਾ ਪਿਆ। ਸੋ ਨੈਕਸਟ ਕੁਐਸਚਨ, ਡੈਲਾ ਸੋਲਡ ਹਰ ਹੇਅਰ ਫॉर $। ਡੈਲਾ ਨੇ ਆਪਣੇ ਵਾਲ ਕਿੰਨੇ ਡਾਲਰ ਦੇ ਵਿੱਚ ਵੇਚੇ? ਉਹ ਹੈਗੇ ਆ $20। ਸੋ ਨੈਕਸਟ ਕੁਐਸਚਨ, ਵਾਟ ਡਿਡ ਜਿਮ ਬਾਈ ਫॉर ਡੈਲਾ ਐਜ਼ ਏ ਕ੍ਰਿਸਮਸ ਗਿਫਟ? ਜਿਮ ਡੈਲਾ ਦੇ ਲਈ ਕ੍ਰਿਸਮਸ ਦੇ ਤੋਹਫੇ ਦੇ ਵਿੱਚ, ਗਿਫਟ ਦੇ ਵਿੱਚ ਕੀ ਖਰੀਦਦਾ ਆ? ਉਹ ਆਨਸਰ ਵਿਲ ਬੀ ਸੈਟ ਆਫ ਕੂਮਸ। ਤਾਂ ਉਹ ਇੱਕ ਕੰਘੀਆਂ ਦਾ ਇੱਕ ਸੈੱਟ ਸੀਗਾ, ਉਹ ਡੈਲਾ ਦੇ ਲਈ ਖਰੀਦਦਾ ਆ। ਮੂਵ ਟੂ ਦ ਨੈਕਸਟ ਲੈਸਨ, ਲੈਸਨ ਨੰਬਰ 5, ਸਮ ਗਲਿੰਪਸਿਸ ਆਫ ਏਂਸ਼ੀਅੰਟ ਇੰਡੀਅਨ ਥਾਟ ਐਂਡ ਪ੍ਰੈਕਟਿਸ। ਦ ਫਸਟ ਕੁਐਸਚਨ, ਸਮ ਸਕੋਲਰਸ ਲਾਫਡ ਐਟ ਅਸਟਵਕਰਸ ਡੈਸ਼। ਬੱਚੇ ਜਦੋਂ ਅਸੀਂ ਇਹ ਲੈਸਨ ਪੜ੍ਹਦੇ ਹਾਂ ਤਾਂ ਅਸੀਂ ਇਸ ਦੇ ਵਿੱਚ ਪੜ੍ਹਿਆ ਸੀਗਾ ਕਿ ਮੈਥਲ ਦੇ ਇੱਕ ਰਾਜਾ ਸੀਗੇ ਜਨਕ, ਜਿਨ੍ਹਾਂ ਨੇ ਇੱਕ ਵਿਚਾਰ ਵਟਾਂਦਰਾ ਕਰਨ ਦੇ ਲਈ, ਇੱਕ ਮੀਟਿੰਗ ਕਰਨ ਦੇ ਲਈ, ਕੁਝ ਡਿਸਕਸ ਕਰਨ ਦੇ ਲਈ ਇੱਕ ਮੀਟਿੰਗ ਬੁਲਾਈ ਸੀਗੀ, ਅਤੇ ਜਿੱਥੇ ਉਹਨਾਂ ਨੇ ਇੱਕ ਬਹੁਤ ਹੀ ਜਿਹੜੇ ਫੇਮਸ ਰਿਸ਼ੀ ਸੀਗੇ ਜਿਨ੍ਹਾਂ ਦਾ ਨਾਮ ਸੀਗਾ ਅਸ਼ਟਵਕਰ, ਉਹਨਾਂ ਨੂੰ ਵੀ ਸੱਦਾ ਦਿੱਤਾ ਸੀਗਾ। ਜਦੋਂ ਅਸ਼ਟਵਕਰ ਸੀਗੇ, ਜਦੋਂ ਉਹ ਮਹਿਲ ਦੇ ਵਿੱਚ ਐਂਟਰ ਹੋਏ ਤਾਂ ਜਦੋਂ ਉੱਥੋਂ ਦੀ ਲੰਘਣ ਲੱਗੇ, ਉੱਥੇ ਕੁਛ ਵਿਦਵਾਨ ਸੀਗੇ, ਸਮ ਸਕੋਲਰਸ ਵਰ ਪ੍ਰੈਜ਼ੈਂਟ ਓਵਰ ਦੇਅਰ ਐਂਡ ਦੇ ਸਟਾਰਟਿਡ ਲਾਫਿੰਗ ਐਟ ਹਿਮ। ਉਹ ਬੜੇ ਹੀ ਵਿਅੰਗਾਤਮਕ ਢੰਗ ਦੇ ਨਾਲ ਅਸ਼ਟਵਕਰ ਦੇ ਉੱਤੇ ਉਹਨਾਂ ਨੇ ਹੱਸਣਾ ਸ਼ੁਰੂ ਕਰ ਦਿੱਤਾ। ਕਿਉਂ? ਕਿਉਂਕਿ ਅਸ਼ਟਵਕਰ ਸੀਗੇ ਜਿਹੜੇ, ਉਹਨਾਂ ਦਾ ਸਰੀਰ ਕੀ ਸੀ? ਅਪੰਗ ਸੀਗਾ, ਮਤਲਬ ਕਿ ਉਹਨਾਂ ਦੇ ਅੰਗ ਸੀਗੇ ਜਿਹੜੇ ਉਹ ਟੇਢੇ ਮੇਢੇ ਸੀਗੇ। ਸੋ ਆਪਸ਼ਨ ਵਿਲ ਬੀ ਡਿਫਾਰਮਡ ਬੋਡੀ। ਤਾਂ ਕੁਐਸਚਨ ਕੀ ਸੀਗਾ? ਸਮ ਸਕੋਲਰਸ ਲਾਫਡ ਐਟ ਅਸ਼ਟਵਕਰਸ ਡੈਸ਼, ਕਿ ਜਿਹੜੇ ਕੁਛ ਵਿਦਵਾਨ ਸੀਗੇ ਉਹ ਅਸ਼ਟਵਕਰ ਦੀ ਕਿਸ ਚੀਜ਼ ਦੇ ਉੱਤੇ ਹੱਸੇ? ਤਾਂ ਆਪਾਂ ਇੱਥੇ ਲਿਖਾਂਗੇ ਡਿਫਾਰਮਡ ਬੋਡੀ, ਉਸਦੇ ਅਪੰਗ ਸਰੀਰ ਨੂੰ ਦੇਖ ਕੇ ਹੱਸੇ। ਨੈਕਸਟ ਕੁਐਸਚਨ, ਇਨ ਏਂਸ਼ੀਅੰਟ ਇੰਡੀਆ ਦ ਵੂਮਨ ਵਾਜ਼ ਆਲਵੇਜ਼ ਕੰਸੀਡਰਡ ਗੋਡੈਸ, ਕਿ ਪੁਰਾਤਨ ਭਾਰਤ ਦੇ ਵਿੱਚ ਔਰਤ ਨੂੰ ਇੱਕ ਦੇਵੀ, ਹਮੇਸ਼ਾ ਇੱਕ ਦੇਵੀ ਸਮਝਿਆ ਜਾਂਦਾ ਸੀਗਾ। ਸੋ ਅਕੋਰਡਿੰਗ ਟੂ ਦ ਲੈਸਨ ਦ ਸਟੇਟਮੈਂਟ ਇਜ਼ ਟਰੂ, ਕਿਉਂਕਿ ਅਸੀਂ ਲੈਸਨ ਦੇ ਵਿੱਚ ਪੜ੍ਹਿਆ ਸੀਗਾ ਕਿ ਕੋਈ ਵੀ ਸ਼ੁਭ ਕਾਰਜ ਕਰਨਾ ਹੁੰਦਾ ਸੀਗਾ, ਅਗਰ ਉਸ ਵਕਤ ਔਰਤ ਸ਼ਾਮਿਲ ਨਹੀਂ ਸੀ ਹੋ ਸਕਦੀ ਤਾਂ ਉਸਦੀ ਇੱਕ ਮੂਰਤੀ ਬਣਾ ਕੇ ਉਸ ਦੀ ਜਿਹੜੀ ਹੈਗੀ ਆ ਪ੍ਰੈਜ਼ੈਂਸ ਨੂੰ ਮਹਿਸੂਸ ਕੀਤਾ ਜਾਂਦਾ ਸੀਗਾ, ਮਤਲਬ ਕਿ ਉਹਦੀ ਮੂਰਤੀ ਉਸਦੀ ਹਾਜ਼ਰੀ ਦਾ ਪ੍ਰਤੀਕ ਹੁੰਦੀ ਸੀ। ਮਤਲਬ ਕਿ ਔਰਤ ਨੂੰ ਇੱਕ ਇੰਨਾ ਵੱਡਾ ਜਿਹੜਾ ਇੱਕ ਗੋਡੈਸ ਦਾ ਇੱਕ ਜਿਹੜਾ ਰੁਤਬਾ ਸੀਗਾ ਉਹ ਦਿੱਤਾ ਜਾਂਦਾ ਸੀਗਾ। ਸੋ ਸਟੇਟਮੈਂਟ ਇਜ਼ ਟਰੂ। ਕੁਐਸਚਨ ਨੰਬਰ 3, ਦ ਗੋਡਸ ਵੈਂਟ ਟੂ ਲਾਰਡ ਵਿਸ਼ਨੂੰ ਇਨ ਡੈਸਪਰੇਸ਼ਨ। ਦੇਵਤੇ ਨਿਰਾਸ਼ ਹੋ ਕੇ ਲਾਰਡ ਵਿਸ਼ਨੂੰ ਕੋਲ ਗਏ, ਕਿਉਂਕਿ ਜਦੋਂ ਦੇਵਤਿਆਂ ਅਤੇ ਦੈਂਤਾਂ ਦੇ ਵਿਚਕਾਰ ਜਿਹੜਾ ਹੈਗਾ ਜਦੋਂ ਯੁੱਧ ਹੋ ਰਿਹਾ ਸੀਗਾ, ਤਾਂ ਜਦੋਂ ਦਾਨਵਾਂ ਦਾ ਪਲੜਾ ਭਾਰੀ ਹੋ ਰਿਹਾ ਸੀ ਤਾਂ ਸਾਰੇ ਜਿਹੜੇ ਦੇਵਤੇ ਸੀਗੇ ਉਹ ਨਿਰਾਸ਼ ਹੋ ਜਾਂਦੇ ਆ ਅਤੇ ਚਿੰਤਾ ਨਾਲ ਭਰ ਜਾਂਦੇ ਆ, ਤਾਂ ਉਹ ਲਾਰਡ ਵਿਸ਼ਨੂੰ ਕੋਲੇ ਚਲੇ ਜਾਂਦੇ ਆ ਅਤੇ ਇਹ ਪਤਾ ਕਰਨ ਚਾਹੁੰਦੇ ਆ ਕਿ ਦਾਨਵਾਂ ਨੂੰ ਕਿੱਦਾਂ ਹਰਾਇਆ ਜਾਵੇ। ਸੋ ਸਟੇਟਮੈਂਟ ਇਜ਼ ਟਰੂ ਹੇਅਰ। So next question, who was losing in the battle between the gods and the demons? We have already discussed this ਕਿ ਜਦੋਂ ਦੇਵਤਿਆਂ ਅਤੇ ਦਾਨਵਾਂ ਦੇ ਵਿਚਕਾਰ ਜਿਹੜਾ ਲੜਾਈ ਹੋ ਰਹੀ ਹੁੰਦੀ ਹੈ, ਯੁੱਧ ਹੋ ਰਿਹਾ ਹੁੰਦਾ, ਤਾਂ ਉਸ ਵਿੱਚ ਕੌਣ ਹਾਰ ਰਿਹਾ ਸੀ?
ਤਾਂ ਆਪਸ਼ਨ ਇਜ਼ ਦ ਗੋਡਸ, ਕਿਉਂਕਿ ਦਾਨਵਾਂ ਦਾ ਜਿਹੜਾ ਪਲੜਾ ਸੀਗਾ ਉਹ ਭਾਰੀ ਪੈ ਰਿਹਾ ਸੀਗਾ। ਸੋ ਨੈਕਸਟ ਕੁਐਸਚਨ ਇਜ਼ ਵਾਟ ਡਿਡ ਸੇਂਟ ਦਦੀਚੀ ਐਡਵਾਈਜ਼ ਦ ਗੋਡਸ ਟੂ ਮੇਕ। ਤਾਂ ਜਿਹੜੇ ਰਿਸ਼ੀ ਦਦੀਚੀ ਸੀਗੇ ਉਹਨਾਂ ਨੇ ਦੇਵਤਿਆਂ ਨੂੰ ਕੀ ਬਣਾਉਣ ਦੀ ਸਲਾਹ ਦਿੱਤੀ, ਕਿਉਂਕਿ ਜਦੋਂ ਵਿਸ਼ਨੂੰ ਦੇ ਕੋਲ ਦੇਵਤੇ ਜਾਂਦੇ ਹੈ, ਲਾਰਡ ਵਿਸ਼ਨੂੰ ਕੋਲ, ਤਾਂ ਉਹ ਉਹਨਾਂ ਨੂੰ ਸਲਾਹ ਦਿੰਦੇ ਆ ਕਿ ਤੁਸੀਂ ਸੰਤ ਦਦੀਚੀ ਸੀਗੇ ਜਿਹੜੇ, ਉਹ ਬਹੁਤ ਮਹਾਨ ਰਿਸ਼ੀ ਸੀਗੇ, ਕਿ ਉਹਨਾਂ ਦੀਆਂ ਹੱਡੀਆਂ ਤੋਂ ਬਣਾਈ ਗਈ ਇੱਕ ਸ਼ਕਤੀਸ਼ਾਲੀ ਤਲਵਾਰ ਸੀਗੀ ਜਿਹੜੀ, ਉਸ ਦੇ ਨਾਲ ਹੀ ਜਿਹੜੇ ਸਾਰੇ ਦਾਨਵਾਂ ਦਾ ਵੱਧ ਕੀਤਾ ਜਾ ਸਕਦਾ ਸੀਗਾ। ਤਾਂ ਫਿਰ ਉਹ ਸਾਰੇ ਜਦੋਂ ਦੇਵਤੇ ਸੰਤ ਦਦੀਚੀ ਕੋਲ ਜਾਂਦੇ ਆ ਤਾਂ ਫਿਰ ਸੰਤ ਦਦੀਚੀ ਉਹਨਾਂ ਨੂੰ ਇੱਕ ਇਨਵਿੰਸੀਬਲ ਵੈਪਨ ਬਣਾਉਣ ਦੇ ਲਈ ਕਹਿੰਦੇ ਆ, ਇੱਕ ਸਵੋਰਡ, ਇੱਕ ਐਸੀ ਤਲਵਾਰ ਬਣਾਉਣ ਦੇ ਲਈ ਕਹਿੰਦੇ ਆ ਜਿਹਦਾ ਨਾਂ ਸੀਗਾ ਬਜਰਪਥ। ਸੋ ਹੇਅਰ ਆਪਸ਼ਨਸ ਆਰ ਗਿਵਨ ਐਨ ਐਰੋ, ਅ ਸਵੋਰਡ, ਬੋਨਸ ਐਂਡ ਨਨ ਆਫ these. Here answer is given none of these, but a sword can also be the answer. It depends on the examiner that if it is Bajrapath or invincible weapon. Mighty sword will be the correct answer. He might take this answer or none of these. So it depends completely on the examiner. Move to the lesson number 6, the homecoming. Question first. What was the name of Fatique's brother? Fatique ਦੇ brother ਦਾ ਕੀ ਨਾਮ ਸੀ? तो आंसर will be ਮੱਖਣ, ਉਸਦੇ ਭਰਾ ਦਾ ਨਾਮ ਮੱਖਣ ਸੀ। Question number 2. Fatique's uncle lived in dash. ਫਟੀਕ ਦੇ ਮਾਮਾ ਜੀ ਡੈਸ਼ ਵਿਖੇ ਰਹਿੰਦੇ ਸਨ। 4 options are there: Mumbai, Dehradun, Calcutta or Chandigarh. So we will choose the option number 3, Calcutta. ਫਟੀਕ ਦੇ ਮਾਮਾ ਜੀ ਕਲਕੱਤਾ ਵਿਖੇ ਰਹਿੰਦੇ ਸਨ। Question number 3. Fatique's aunt welcomed Fatique in her home. ਫਟੀਕ ਦੀ ਮਾਮੀ ਨੇ ਫਟੀਕ ਦਾ ਆਪਣੇ ਘਰ ਆਉਣ 'ਤੇ ਸਵਾਗਤ ਕੀਤਾ। ਸੋ ਸਟੇਟਮੈਂਟ ਵਿਲ ਬੀ ਫਾਲਸ, ਕਿਉਂਕਿ ਉਸਦੀ ਮਾਮੀ ਸੀ ਉਹ ਫਟੀਕ ਨੂੰ ਵੇਖ ਕੇ ਬਿਲਕੁਲ ਵੀ ਖੁਸ਼ ਨਹੀਂ ਸੀ ਹੋਈ, ਕਿਉਂਕਿ ਉਹ ਉਸ ਨੂੰ ਆਪਣੇ ਪਰਿਵਾਰ 'ਤੇ ਸਿਰਫ ਇੱਕ ਬੋਝ ਸਮਝਦੀ ਸੀ। ਸੋ ਸਟੇਟਮੈਂਟ ਇਜ਼ ਫਾਲਸ। ਕੁਐਸਚਨ ਨੰਬਰ 4. ਫਟੀਕਸ ਡੈਸ਼ ਡਿਡ ਨੋਟ ਲਾਈਕ ਹਿਜ਼ ਵੇਜ਼. ਫਟੀਕ ਦੀ ਡੈਸ਼ ਨੂੰ ਉਸਦੇ ਤਰੀਕੇ ਪਸੰਦ ਨਹੀਂ ਸਨ। ਮਦਰ, ਸਿਸਟਰ, ਸਟੂਡੈਂਟ ਔਰ ਨੇਬਰ. ਸੋ ਆਪਸ਼ਨ 4 options are given. So option number 1 is correct. Mother. Fatique's mother. ਫਟੀਕ ਦੀ ਮਦਰ ਨੂੰ ਉਸਦੇ ਤਰੀਕੇ ਪਸੰਦ ਨਹੀਂ ਸਨ। Question number 5. Fatique wanted to move a dash from its place. ਫਟੀਕ ਡੈਸ਼ ਨੂੰ ਆਪਣੀ ਜਗ੍ਹਾ ਤੋਂ ਹਿਲਾਉਣਾ ਚਾਹੁੰਦਾ ਸੀ। ਤੋ ਇੱਥੇ ਆਨਸਰ ਆਏਗਾ ਲੌਗ, ਕਿਉਂਕਿ ਉਹ ਇੱਕ ਨਦੀ ਦੇ ਕਿਨਾਰੇ ਪਈ ਹੋਈ ਲੱਕੜ ਜਾਂ ਲੱਕੜ ਦਾ ਟੁਕੜਾ, ਲੱਠਾ, ਉਸ ਨੂੰ ਆਪਣੀ ਜਗ੍ਹਾ ਤੋਂ ਹਟਾ ਦੇਣਾ ਚਾਹੁੰਦਾ ਸੀਗਾ। Question number 6. Fatique's last words were, Mother, dash have come. ਫਟੀਕ ਦੇ ਆਖਰੀ ਸ਼ਬਦ ਸਨ, ਮਾਂ ਡੈਸ਼ ਆ ਗਈਆਂ ਹਨ। ਸੋ fourth option will be the correct answer. So holidays will be the answer. ਮਾਂ ਛੁੱਟੀਆਂ ਆ ਗਈਆਂ ਹਨ, ਇਹ ਫਟੀਕ ਦੇ ਆਖਰੀ ਸ਼ਬਦ ਸਨ। So my dear students, this is all for your main course book. In the next video session, we will cover all the poetry sections. If you haven't subscribed my channel yet, do subscribe it to get the notification, press the bell icon. So stay tuned. Bye bye.